ਤੁਸੀਂ ਕਹਾਵਤ ਤਾਂ ਜ਼ਰੂਰ ਸੁਣੀ ਹੋਵੇਗੀ, ਬੈਟਰ ਲੇਟ ਦੈਨ ਨੈਵਰ। ਮਤਲਬ ਕਦੇ ਨਾ ਪਹੁੰਚਣ ਨਾਲੋਂ ਦੇਰ ਭਲੀ ਹੈ। ਤੇ ਇਹ ਕਹਾਵਤ ਨਾ ਇੰਡੀਆ ਅਲਾਈਅੰਸ ਸਪੈਸ਼ਲੀ ਕਹਾਂ ਤਾਂ ਕਾਂਗਰਸ ਤੇ ਅੱਜ ਦੇ ਟਾਈਮ ਤੇ ਬੜੀ ਲਾਗੂ ਹੁੰਦੀ ਹੈ। ਕਾਂਗਰਸ ਪਿਛਲੇ ਇਲੈਕਸ਼ਨ ਦੇ ਵਿੱਚ ਮੁੱਦੇ ਮੋੜ ਕੀਤੀ ਸੀ, ਪਰ ਇਸ ਵਾਰੀ ਫੇਰ ਇੱਕ ਉਮੀਦ ਲੈ ਕੇ ਨਾ ਇੱਕ ਪੋਜ਼ਿਟਿਵਿਟੀ ਦੇ ਨਾਲ ਪਿਆਰ ਦੀ ਦੁਕਾਨ ਲੈ ਕੇ ਮੈਦਾਨ 'ਚ ਫੇਰ ਆ ਗਏ ਆ। ਰਾਹੁਲ ਗਾਂਧੀ ਦੇ ਡਿਫੇਮੇਸ਼ਨ ਐਕਟ ਤੋਂ ਬਾਅਦ ਤੇ ਉਹਨਾਂ ਨੂੰ ਪਾਰਲੀਮੈਂਟ ਤੋਂ ਹਟਾਉਣ ਤੋਂ ਬਾਅਦ ਤਾਂ ਐਂ ਲੱਗਦਾ ਸੀ ਵੀ ਕਾਂਗਰਸ ਬਿਲਕੁਲ ਹੀ ਖਤਮ ਹੋ ਗਈ ਹੈ। ਬਟ ਜਿਸ ਹਿਸਾਬ ਨਾਲ ਭਾਰਤ ਜੋੜੋ ਯਾਤਰਾ ਤੋਂ ਬਾਅਦ ਉਹਨਾਂ ਨਾਲ ਨੌਜਵਾਨ ਵਰਗ ਜੁੜਨ ਲੱਗਿਆ ਨਾ, ਉਹਨਾਂ ਨੂੰ ਪੱਪੂ ਸਮਝਣ ਦੀ ਬਜਾਏ ਉਹਨਾਂ ਨੂੰ ਸੀਰੀਅਸ ਲੈਣ ਲੱਗ ਗਏ ਨਾ, ਇਹ ਇਦਾਂ ਲੱਗਦਾ ਵੀ ਹਟਾਉਣ ਵਾਲਿਆਂ ਦੀ ਗੇਮ ਉਹਨਾਂ ਦੀ ਪੁੱਠੀ ਪੈ ਗਈ ਆ। ਰੀਸੈਂਟਲੀ ਅਗਸਤ ਦੇ ਵਿੱਚ ਜਿਹੜਾ ਡਿਫੇਮੇਸ਼ਨ ਕੇਸ ਸੀ ਉਹਦੇ ਵਿੱਚ ਰਾਹੁਲ ਗਾਂਧੀ ਦੇ ਫੇਵਰ ਦੇ ਵਿੱਚ ਜੱਜਮੈਂਟ ਆਈ ਹੈ, ਜਿਸ ਤੋਂ ਬਾਅਦ ਹੁਣ ਉਹ 2024 ਦੇ ਇਲੈਕਸ਼ਨ ਵੀ ਲੜ ਸਕਦੇ। ਬਟ ਜੇਕਰ ਰਾਹੁਲ ਗਾਂਧੀ ਦੀ ਮੰਨੀਏ ਤਾਂ ਉਹਨਾਂ ਨੇ ਸਾਫ਼-ਸਾਫ਼ ਕਹਿਤਾ ਕਿ ਉਹ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਲਈ ਆਪਣਾ ਨਾਮ ਕਦੇ ਵੀ ਅੱਗੇ ਨਹੀਂ ਰੱਖਣਗੇ। ਪਰ ਜੇ ਦੂਜਿਆਂ ਨੇ ਰੱਖਤਾ ਫਿਰ ਤਾਂ ਅੱਗੇ ਹੋਣਗੇ, ਮਾਨਤਾਨ ਤਾਂ ਰੱਖਣੀ ਪੈਂਦਾ। ਇੰਡੀਆ ਅਲਾਈਅੰਸ ਯਾਨੀ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਈਅੰਸ 18 ਜੁਲਾਈ 2023 ਨੂੰ ਬੈਂਗਲੌਰ ਕਰਨਾਟਕਾ ਦੇ ਵਿੱਚ ਸੈਕੰਡ ਆਪੋਜੀਸ਼ਨ ਪਾਰਟੀਜ਼ ਨੇ ਇਸ ਅਲਾਈਅੰਸ ਨੂੰ ਫਾਰਮ ਕੀਤਾ ਸੀ ਤੇ ਹੁਣ ਤੱਕ ਇਸ ਅਲਾਈਅੰਸ ਦੇ ਵਿੱਚ 28 ਪਾਰਟੀਆਂ ਇਨਕਲੂਡਡ ਨੇ। ਇਲੈਕਸ਼ਨ ਆਉਣ ਤੱਕ ਇਹ ਨੰਬਰ ਘਟੇਗਾ ਜਾਂ ਵਧੇਗਾ ਇਹ ਤਾਂ ਟਾਈਮ ਹੀ ਦੱਸੂਗਾ। ਪਰ ਇਹ ਇੰਡੀਆ ਅਲਾਈਅੰਸ ਬਣਾਉਣ ਦੇ ਨਾਲ ਨਾ ਜਿਹੜੀ ਬਾਈਕਾਟ ਗੈਂਗ ਆ ਉਹਨਾਂ ਦਾ ਬੜਾ ਨੁਕਸਾਨ ਹੋਇਆ। ਹੁਣ ਉਹ ਵਿਚਾਰੇ ਇੰਡੀਆ ਨਾਮ ਨੂੰ ਕਿਵੇਂ ਬਾਈਕਾਟ ਕਰਨ, ਤੇ ਇੰਡੀਆ ਅਲਾਈਅੰਸ ਦੇ ਸਾਹਮਣੇ ਆ ਐਨਡੀਏ ਅਲਾਈਅੰਸ। ਐਨਡੀਏ ਯਾਨੀ ਕਿ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ, ਜੋ ਕਿ ਮਈ 1998 ਨੂੰ ਫਾਰਮ ਹੋਈ ਸੀ ਤੇ ਜਿਹਦੀ ਨੀਂਹ ਅਟਲ ਬਿਹਾਰੀ ਵਾਜਪਾਈ ਜੀ ਨੇ ਰੱਖੀ ਸੀ। ਇੱਕ ਲੇਟੈਸਟ ਰਿਪੋਰਟ ਦੇ ਅਕੋਰਡਿੰਗ ਅੱਜ ਦੇ ਟਾਈਮ ਤੇ ਐਨਡੀਏ ਅਲਾਈਅੰਸ ਦੇ ਵਿੱਚ 38 ਪਾਰਟੀਆਂ ਇਨਕਲੂਡਡ ਹੈ। 2019 ਦੇ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਸੀ ਕਿ ਐਨਡੀਏ ਅਲਾਈਅੰਸ ਬੜੀ ਭਾਰੀ ਬਹੁਮਤ ਨਾਲ ਜਿੱਤਿਆ ਸੀ। 1999 ਦੇ ਜਨਰਲ ਇਲੈਕਸ਼ਨ ਤੋਂ ਬਾਅਦ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਪਾਰਟੀ ਨੂੰ ਇੰਨੀ ਬਹੁਮਤ ਮਿਲੀ ਹੋਵੇ। ਤੇ ਦੂਜੇ ਪਾਸੇ ਆਪੋਜੀਸ਼ਨ ਹੁਣ ਆਪਣੀਆਂ ਗਲਤੀਆਂ ਦੁਹਰਾਉਣਾ ਨਹੀਂ ਚਾਹੁੰਦਾ ਤੇ ਇਸੇ ਕਰਕੇ ਬੀਜੇਪੀ ਨੂੰ ਹਰਾਉਣ ਲਈ ਇਸ ਅਲਾਈਅੰਸ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਅਲਾਈਅੰਸ ਦੇ ਬਹੁਤ ਸਾਰੇ ਲੀਡਰਸ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਆਪਣੇ ਕੈਂਪੇਨਸ ਸ਼ੁਰੂ ਵੀ ਕਰਤੇ ਆ। ਹੁਣ ਇੱਥੇ ਲੋਕ ਸਭਾ ਇਲੈਕਸ਼ਨਸ ਦੀ ਗੱਲ ਹੋ ਰਹੀ ਹੈ ਤਾਂ ਥੋੜਾ ਜਿਹਾ ਲੋਕ ਸਭਾ ਬਾਰੇ ਵੀ ਦੱਸ ਦੇਣਾ। ਸਾਡੀ ਲੋਕ ਸਭਾ ਦੇ ਵਿੱਚ ਟੋਟਲ 545 ਸੀਟਾਂ ਹੁੰਦੀਆਂ ਨੇ, ਜਿਨ੍ਹਾਂ ਚੋਂ 543 ਸੀਟਾਂ ਤੇ ਇਲੈਕਸ਼ਨ ਹੁੰਦੀਆਂ ਨੇ। ਬਾਕੀ ਦੀਆਂ 2 ਸੀਟਾਂ ਪ੍ਰੈਜ਼ੀਡੈਂਟ ਦੁਆਰਾ ਐਂਗਲੋ ਇੰਡੀਅਨ ਕਮਿਊਨਿਟੀ ਦੇ ਲੋਕਾਂ ਦੁਆਰਾ ਰੱਖੀਆਂ ਗਈਆਂ ਸੀ, ਜੋ ਕਿ ਜਨਵਰੀ 2020 ਤੋਂ ਬਾਅਦ ਖਤਮ ਹੀ ਕਰ ਦਿੱਤੀਆਂ ਗਈਆਂ। ਇੰਡੀਆ ਟੂਡੇ ਦਾ ਇੱਕ ਆਰਟੀਕਲ ਦੇਖੀਏ ਤਾਂ 2009 ਦੇ ਵਿੱਚ ਇੰਡੀਆ ਅਲਾਈਅੰਸ ਦਾ ਇੱਕ ਗੋਲਡਨ ਪੀਰੀਅਡ ਸੀ, ਜਿਸ ਟਾਈਮ ਤੇ ਇਹਨੇ 40% ਵੋਟ ਹੋਲਡ ਕੀਤੇ ਹੋਏ ਸੀ ਤੇ 2014 ਦੇ ਵਿੱਚ ਇਹ ਨੰਬਰ ਵੱਧ ਕੇ 42% ਹੋਣ ਦੇ ਬਾਵਜੂਦ ਵੀ ਕਾਂਗਰਸ 161 ਸੀਟਾਂ ਹੀ ਮੈਨੇਜ ਕਰ ਪਾਈ। ਤੇ ਇਸ ਚੀਜ਼ ਦਾ ਜ਼ਿੰਮੇਵਾਰ ਮੰਨਿਆ ਜਾਂਦਾ ਉਸ ਟਾਈਮ ਦੇ ਇਲੈਕਸ਼ਨਸ ਦੇ ਟ੍ਰਾਇੰਗੂਲਰ ਨੇਚਰ ਨੂੰ, ਜਿਹਦੇ ਵਿੱਚ ਕਿ ਕਾਂਗਰਸ, ਬੀਜੇਪੀ ਤੇ ਬਾਕੀ ਰੀਜਨਲ ਪਾਰਟੀਆਂ ਸ਼ਾਮਲ ਸੀ। 2019 ਦੇ ਵਿੱਚ ਵੀ ਦੇਖਿਆ ਜਾਵੇ ਤਾਂ ਦੋਨੋਂ ਪਾਰਟੀਆਂ ਦੇ ਵਿੱਚ ਸਿਰਫ 7% ਦਾ ਹੀ ਫਰਕ ਸੀ, ਜਿਹਦੇ ਵਿੱਚ ਕਿ ਮੋਦੀ ਫੈਕਟਰ ਤੇ ਡੋਮੀਨੈਂਸ ਬੀਜੇਪੀ ਪਾਰਟੀ ਦਾ ਬਹੁਤ ਵੱਡਾ ਰੋਲ ਰਿਹਾ। ਬਟ ਫਿਰ ਵੀ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਸਿਰਫ 10% ਤੋਂ ਪਿੱਛੇ ਰਹਿ ਗਈ ਸੀ ਆਪਣੇ ਆਪ ਨੂੰ ਲੀਡਰ ਆਫ ਦਾ ਆਪੋਜੀਸ਼ਨ ਡਿਕਲੇਅਰ ਕਰਨ ਤੋਂ, ਜਿੱਥੇ ਕਿ ਐਨਡੀਏ ਨੇ 45% ਵੋਟ ਹੋਲਡ ਕੀਤੇ ਸੀ ਤੇ 342 ਸੀਟਾਂ ਤੇ ਆਪਣਾ ਨਾਮ ਲਿਖਿਆ ਸੀ। ਹੁਣ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੰਡੀਆ ਅਲਾਈਅੰਸ ਨੂੰ ਨਾ ਸਿਰਫ ਇਲੈਕਸ਼ਨ ਹੀ ਐਂਡ ਤੱਕ ਫਾਈਟ ਕਰਨਾ ਹੈ, ਬਲਕਿ ਆਪਣੇ ਜਿਹੜੇ ਪਾਰਟਨਰਸ ਹੈ ਉਹਨਾਂ ਨਾਲ ਵੀ ਬੈਟਰ ਕੋਆਰਡੀਨੇਸ਼ਨ ਰੱਖਣਾ ਪੈਣਾ ਤੇ ਆਪਣੇ ਵੋਟਰਸ ਨਾਲ ਵੀ ਵਧੀਆ ਕੈਮਿਸਟਰੀ ਬਿਲਡ ਅਪ ਕਰਨੀ ਪੈਣੀ ਹੈ। ਹੁਣ ਇੱਕ ਨਿਊਟਰਲ ਮਾਈਂਡਸੈਟ ਬਣਾ ਕੇ ਆਪਾਂ ਇਹ ਦੇਖਣਾ ਹੈ ਕਿ ਇਹ ਇੰਡੀਆ ਅਲਾਈਅੰਸ ਬਾਕੀ ਸਾਰੀਆਂ ਪਾਰਟੀਆਂ ਨੂੰ ਜੋੜ ਕੇ ਇੱਕ ਨਵਾਂ ਭਾਰਤ ਬਣਾ ਪਾਉਣਗੇ, ਕਿ ਇੰਡੀਆ ਅਲਾਈਅੰਸ ਏਕਤਾ ਦੀ ਤਾਕਤ ਨੂੰ ਸਾਬਿਤ ਕਰ ਪਾਏਗਾ, ਜਾਂ ਫਿਰ ਪੀਪਲਜ਼ ਪਾਰਟੀ ਆਫ ਪੰਜਾਬ ਵਾਂਗੂ ਹੀ ਅੰਦਰੋਂ ਅੰਦਰ ਹੀ ਲੜ ਕੇ ਆਪਣੇ ਪੈਰਾਂ ਦੀ ਕਹਾੜੀ ਮਾਰ ਲੈਣਗੇ। ਦੇਖੋ, ਜਦੋਂ ਕਿਸੇ ਘਰ 'ਚ 2 ਭਾਈ ਹੁੰਦੇ ਆ ਨਾ, ਉਹਨਾਂ 'ਚ ਆਪਸ ਦੇ ਵਿੱਚ ਝਗੜੇ ਚੱਲਦੇ ਰਹਿੰਦੇ ਆ। ਬਟ ਇਸ ਅਲਾਈਅੰਸ ਦੇ ਵਿੱਚ ਤਾਂ ਬਹੁਤ ਸਾਰੇ ਭਾਈ ਆ ਤੇ ਬਹੁਤ ਸਾਰੀਆਂ ਭੈਣਾਂ ਨੇ, ਜਿਨ੍ਹਾਂ 'ਚ ਕੋਲਡ ਵਾਰ ਸ਼ੁਰੂ ਹੋ ਵੀ ਗਈ ਹੈ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਏਗਾ, ਤੇ ਇਸ ਚੀਜ਼ ਦੇ ਲਈ ਹੁਣੇ ਤੋਂ ਟਰੋਲ ਹੋਣੇ ਵੀ ਸ਼ੁਰੂ ਹੋ ਗਏ ਆ। ਹੁਣ ਆਪਾਂ ਨਾ ਥੋੜਾ ਜਿਹਾ ਇੰਡੀਆ ਅਲਾਈਅੰਸ ਤੇ ਐਨਡੀਏ ਅਲਾਈਅੰਸ ਦਾ ਕੰਪੈਰੀਜ਼ਨ ਕਰ ਲੈਂਦੇ ਆ, ਤਾਂ ਕਿ ਇਹਨਾਂ ਦਾ ਪਿਓਰ ਪੋਲੀਟੀਕਲ ਏਜੰਡਾ ਕੀ ਹੈ ਇਹ ਚੰਗੇ ਤਰੀਕੇ ਨਾਲ ਸਮਝ ਆ ਸਕੇ। ਬਟ ਉਸ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਇਸ ਵੀਡੀਓ ਨੂੰ ਨਿਊਟਰਲ ਮਾਈਂਡਸੈਟ ਦੇ ਨਾਲ ਹੀ ਦੇਖਿਓ ਤੇ ਨਿਊਟਰਲ ਮਾਈਂਡਸੈਟ ਦੇ ਨਾਲ ਹੀ ਆਪਣੇ ਫੀਡਬੈਕ ਦਿਓ, ਫਿਰ ਚਾਹੇ ਉਹ ਕ੍ਰਿਟਿਸਿਜ਼ਮ ਹੀ ਕਿਉਂ ਨਾ ਹੋਵੇ। ਪਰ ਹਾਂ, ਜੇਕਰ ਕਿਸੇ ਦਾ ਭਗਤ ਬਣ ਕੇ ਮੈਸੇਜ ਕਰਨੇ ਆ ਫਿਰ ਆਪਦੇ ਵਿਚਾਰ ਆਪਦੀ ਜੇਬ 'ਚ ਰੱਖਿਓ। ਪਹਿਲਾ ਪੁਆਇੰਟ ਹੈ ਕਿ ਇੰਡੀਆ ਅਲਾਈਅੰਸ ਦੇ ਵਿੱਚ ਸਿਰਫ 28 ਪਾਰਟੀਆਂ ਨੇ ਤੇ ਦੂਜੇ ਪਾਸੇ ਐਨਡੀਏ ਦੇ ਵਿੱਚ 38 ਪਾਰਟੀਆਂ ਇਨਕਲੂਡਡ ਨੇ। ਤੇ ਦੇਖਿਆ ਜਾਵੇ ਤਾਂ ਐਨਡੀਏ ਦੀਆਂ ਇਹ 38 ਪਾਰਟੀਆਂ ਆਪਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੋਆਰਡੀਨੇਟ ਵੀ ਕਰਦੀਆਂ ਨੇ, ਜੋ ਕਿ ਐਨਡੀਏ ਦੇ ਲਈ ਇੱਕ ਪਲੱਸ ਪੁਆਇੰਟ ਹੋ ਸਕਦਾ ਹੈ। ਤੇ ਦੂਸਰਾ ਪੁਆਇੰਟ ਹੈ ਕਿ ਇੰਡੀਆ ਅਲਾਈਅੰਸ ਦੇ ਵਿੱਚ ਹਜੇ ਤੱਕ ਕੋਈ ਪ੍ਰਧਾਨ ਮੰਤਰੀ ਦਾ ਚਿਹਰਾ ਨਹੀਂ ਆ। ਪਿੱਛੇ ਜੇ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਸੀ ਨਾ, ਜਦੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਨਹੀਂ ਕੀਤਾ ਗਿਆ ਕਿ ਭਗਵੰਤ ਮਾਨ ਹੀ ਪੰਜਾਬ ਦਾ ਮੁੱਖ ਮੰਤਰੀ ਹੋਏਗਾ, ਉਦੋਂ ਤੱਕ ਲੋਕਾਂ ਦੀ ਸ਼ੱਕ ਦੀ ਸੂਈ ਅਟਕੀ ਰਹੀ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਦਾ ਚਿਹਰਾ ਨਹੀਂ ਦੱਸਦਾ ਇੰਡੀਆ ਅਲਾਈਅੰਸ, ਉਦੋਂ ਤੱਕ ਲੋਕਾਂ ਨੂੰ ਕਿਤੇ ਨਾ ਕਿਤੇ ਇਹਨਾਂ ਤੇ ਵਿਸ਼ਵਾਸ ਨਹੀਂ ਹੋਏਗਾ। ਤੇ ਦੂਜੇ ਪਾਸੇ ਐਨਡੀਏ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੀ ਇਦਾਂ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ, क्योंकि प्रधानमंत्री नरेंद्र मोदी ये सारे साफ ही पता है। अगला पॉइंट ये है कि इंडिया अलायंस का ना एक कॉमन जा नैरेटिव है कि बीजेपी को इलेक्शन दे विच चैलेंज करना है। आज हमें बहुत दुख होता है कि आज हमारे देश के अंदर जो सरकार है, मोदी सरकार, मुझे लगता है कि आजाद भारत की सबसे भ्रष्ट सरकार और सबसे अहंकारी सरकार है। ये लोग अपने आप को भगवान से भी बड़ा समझने लग गए हैं, और जब कोई आदमी अपने आप को भगवान से बड़ा समझने लगता है तो फिर उसका पतन भी जल्दी होता है। If the parties on this stage unite, it is impossible for the BJP to win an election. मतलब कि ਅਸੀਂ ਬੀਜੇਪੀ ਨੂੰ ਹਰਾਉਣਾ ਹੈ। ਸਰਕਾਰ ਲੋਕਾਂ ਲਈ ਹੁੰਦੀ ਹੈ, ਲੋਕਾਂ ਲਈ ਕੀ ਸੋਚਿਆ, ਦੇਸ਼ ਲਈ ਕੀ ਸੋਚਿਆ, ਡਿਵੈਲਪਮੈਂਟ ਲਈ ਕੀ ਸੋਚਿਆ, ਇਦਾਂ ਦਾ ਕੋਈ ਬਹੁਤਾ ਦੇਖਣ ਨੂੰ ਮਿਲਿਆ ਨਹੀਂ ਇੰਡੀਆ ਅਲਾਈਅੰਸ 'ਚੋਂ। ਤੇ ਦੂਜੇ ਪਾਸੇ ਜੇਕਰ ਐਨਡੀਏ ਦੀ ਗੱਲ ਕਰੀਏ, ਡੈਫੀਨਿਟਲੀ ਪੋਲੀਟੀਕਲ ਪਾਰਟੀਜ਼ ਦਾ ਕੰਮ ਹੁੰਦਾ ਆਪਣੇ ਆਪੋਜੀਸ਼ਨ ਪਾਰਟੀ ਨੂੰ ਕ੍ਰਿਟਿਸਾਈਜ਼ ਕਰਨਾ, ਬਟ ਐਨਡੀਏ ਕ੍ਰਿਟਿਸਾਈਜ਼ ਕਰਨ ਦੇ ਨਾਲ ਨਾਲ ਆਪਣਾ ਅੱਗੇ ਦੇ ਫਿਊਚਰ ਪਲਾਨਸ ਵੀ ਦੱਸਦੀ ਆ। ਉਹਨਾਂ ਦਾ ਫੋਕਸ ਕਿਤੇ ਨਾ ਕਿਤੇ ਨੈਸ਼ਨਲ ਪ੍ਰੋਗਰੈਸ ਤੇ ਵੀ ਹੈ। ਹੁਣ ਜਿਹੜੀ ਅੰਦਰੂਨੀ ਲੜਾਈ ਹੁੰਦੀ ਆ ਕਿਤੇ ਨਾ ਕਿਤੇ ਇੰਡੀਆ ਅਲਾਈਅੰਸ ਦੇ ਵਿੱਚ ਉਹ ਚੱਲ ਰਹੀ ਹੈ। ਬਹੁਤ ਸਾਰੇ, ਜਿਵੇਂ ਮੈਂ ਕਹਾਂ, ਕਾਂਗਰਸ ਵਾਲੇ ਚਾਹੁੰਦੇ ਆ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ, ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਬਣੇ, ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਚਾਹੁੰਦੀ ਹੈ ਕਿ ਮਮਤਾ ਜੀ ਪ੍ਰਧਾਨ ਮੰਤਰੀ ਬਣੇ। ਹੁਣ ਇਹ ਜਿਹੜੀ ਅੰਦਰੂਨੀ ਲੜਾਈ ਹੈ ਕਿਤੇ ਨਾ ਕਿਤੇ ਪੂਰੇ ਅਲਾਈਅੰਸ ਲਈ ਖਤਰਨਾਕ
ਖਤਰਨਾਕ ਸਾਬਿਤ ਹੋ ਸਕਦੀ ਹੈ। ਬਟ ਜੇਕਰ ਲੇਟੈਸਟ ਰਿਪੋਰਟਸ ਨੂੰ ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਇਹੀ ਚਾਹੁੰਦੇ ਆ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦਾ ਚਿਹਰਾ ਹੋਣੇ ਚਾਹੀਦੇ ਆ। ਤਾਂ ਕਿਤੇ ਨਾ ਕਿਤੇ ਜੇਕਰ ਮੈਂ ਆਪਣਾ ਓਪੀਨੀਅਨ ਸ਼ੇਅਰ ਕਰਾਂ ਤਾਂ ਮੈਨੂੰ ਵੀ ਇਹੀ ਲੱਗਦਾ ਵੀ ਜਿਸ ਤਰੀਕੇ ਨਾਲ ਉਸ ਇਨਸਾਨ ਦੇ ਵਿੱਚ ਚੇਂਜਸ ਆਏ ਆ, ਉਹ ਪੇਸ਼ੈਂਸ, ਉਹ ਸਬਰ, ਉਹ ਹਾਜ਼ਰ ਜਵਾਬੀ ਆਈ ਹੈ, ਤਾਂ ਇੱਕ ਚਾਂਸ ਤਾਂ ਪ੍ਰਧਾਨ ਮੰਤਰੀ ਦਾ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ। ਪਰ ਐਨਡੀਏ ਦੇ ਵਿੱਚ ਆਹ ਪ੍ਰਧਾਨ ਮੰਤਰੀ ਦੇ ਚਿਹਰੇ ਵਾਲਾ ਕੋਈ ਚੱਕਰ ਹੀ ਨਹੀਂ ਹੈ। ਉੱਥੇ ਇੱਕੋ ਇੱਕ ਨਾਮ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੈਸ਼ਨਲ ਤੇ ਇੰਟਰਨੈਸ਼ਨਲ ਕ੍ਰਸ਼, ਵਰਲਡ ਵਾਈਡ ਸਕਸੈਸਫੁਲ ਤੇ ਫੇਮਸ ਪਰਸਨੈਲਿਟੀ। ਤੇ ਇਹੀ ਐਨਡੀਏ ਲਈ ਬੜਾ ਪਲੱਸ ਪੁਆਇੰਟ ਹੈ। ਜੇਕਰ ਦੇਖਿਆ ਜਾਵੇ ਤਾਂ ਇੰਡੀਆ ਅਲਾਇੰਸ ਲਈ ਤਾਂ ਟਾਈਮ ਘੱਟ ਹੈ, ਮਨੀ ਪਾਵਰ ਘੱਟ ਹੈ ਤੇ ਬਹੁਤ ਹੀ ਸਮਾਰਟ ਵਰਕ ਯੂਜ਼ ਕਰਕੇ ਉਹਨਾਂ ਨੂੰ ਅੱਗੇ ਆਉਣਾ ਪਏਗਾ। ਤੇ ਦੂਜੇ ਪਾਸੇ ਐਨਡੀਏ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲੇ ਮਨੀ ਪਾਵਰ ਵੀ ਵੱਧ ਹੈ, ਉਹਨਾਂ ਕੋਲੇ ਵੋਟ ਬੈਂਕ ਵੀ ਵੱਧ ਹੈ, ਉਹਨਾਂ ਕੋਲੇ ਪਬਲਿਸਿਟੀ ਵੱਧ ਹੈ, ਉਹਨਾਂ ਕੋਲੇ ਐਡਵਰਟਾਈਜ਼ਮੈਂਟ ਵੀ ਵੱਧ ਹੈ। ਤਾਂ ਕਿਤੇ ਨਾ ਕਿਤੇ ਉਹਨਾਂ ਲਈ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਣਾ ਬਹੁਤ ਹੀ ਸੌਖਾ ਹੈ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਪੱਪੂ ਵਾਲੀ ਇਮੇਜ ਤਾਂ ਸੁਧਰੀ ਹੈ, ਇਹ ਤਾਂ ਕੋਈ ਸ਼ੱਕ ਨਹੀਂ ਹੈ। ਬਟ ਕਿਤੇ ਨਾ ਕਿਤੇ ਨਾ ਉਹ ਪਰਿਵਾਰਵਾਦ ਵਾਲਾ ਫੈਕਟਰ ਆ ਜਾਂਦਾ, ਕਿਉਂਕਿ ਜਦੋਂ ਵੀ ਅਸੀਂ ਇੰਡੀਆ ਅਲਾਇੰਸ ਦਾ ਨਾਮ ਸੁਣਦੇ ਹਾਂ ਕਿਤੇ ਨਾ ਕਿਤੇ ਦਿਮਾਗ 'ਚ ਆਉਂਦੀ ਹੈ ਕਾਂਗਰਸ। ਤੇ ਹੁਣ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਹੋਏ ਜੇਕਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਬਹੁਤੇ ਲੋਕਾਂ ਦੇ ਦਿਮਾਗ 'ਚ ਇਹ ਪਰਿਵਾਰਵਾਦ ਵਾਲਾ ਫੈਕਟਰ ਜ਼ਰੂਰ ਆਏਗਾ। ਬਟ ਮੈਨੂੰ ਲੱਗਦਾ ਅੱਜ ਦੇ ਟਾਈਮ ਤੇ ਕਾਫੀ ਲੋਕ ਪੜ੍ਹੇ ਲਿਖੇ ਸੂਝਵਾਨ ਹੋ ਰਹੇ ਆ, ਲੋਕ ਸੋਚ ਸਮਝ ਰਹੇ ਆ, ਲੋਕ ਪਰਿਵਾਰਵਾਦ ਨੂੰ ਨਹੀਂ ਬਾਕੀ ਇੱਕ ਪਾਰਟਿਕੂਲਰ ਇਨਸਾਨ ਨੂੰ ਦੇਖ ਰਹੇ ਆ। ਤਾਂ ਕਿਤੇ ਨਾ ਕਿਤੇ ਇਹ ਪੀੜ੍ਹੀਵਾਦ ਵਾਲਾ ਜਾਂ ਪਰਿਵਾਰਵਾਦ ਵਾਲਾ ਫੈਕਟਰ ਇਹਨਾਂ ਬਹੁਤਾ ਵੱਡਾ ਮੈਟਰ ਨਹੀਂ ਹੈ। ਤੇ ਦੂਜੇ ਪਾਸੇ ਜੇ ਇਹੀ ਚੀਜ਼ ਐਨਡੀਏ ਦੇ ਵਿੱਚ ਸੋਚੀ ਜਾਵੇ ਤਾਂ ਉੱਥੇ ਇਦਾਂ ਦਾ ਕੁਝ ਨਹੀਂ ਹੈ, ਕਿਉਂਕਿ ਨਰਿੰਦਰ ਮੋਦੀ ਦਾ ਜੇਕਰ ਗ੍ਰਾਫ ਦੇਖਿਆ ਜਾਵੇ ਤਾਂ ਉਹ ਬਹੁਤ ਹੀ ਸਕਸੈਸਫੁਲ ਰਿਹਾ, 0 to ਹੀਰੋ। ਤੇ ਇਸੇ ਚੀਜ਼ ਨਾਲ ਲੋਕ ਰਿਲੇਟ ਵੀ ਕਰਦੇ ਆ। ਹੁਣ ਇੱਥੇ ਇੰਡੀਆ ਅਲਾਇੰਸ ਦਾ ਦੇਖਿਆ ਜਾਵੇ ਨਾ ਕੋਈ ਸਪੈਸੀਫਿਕ ਗੋਲ ਨਹੀਂ ਹੈ ਜਿਹਨੂੰ ਐਨਡੀਏ ਦੇ ਨਾਲ ਕੰਪੇਅਰ ਕੀਤਾ ਜਾ ਸਕੇ, ਨਾ ਹੀ ਉਹਨਾਂ ਨੇ ਕੋਈ ਇਦਾਂ ਦਾ ਏਜੰਡਾ ਜਾਂ ਫਿਊਚਰ ਪਲਾਨਸ ਦੱਸੇ ਆ। ਤੇ ਦੂਜੇ ਪਾਸੇ ਜੇਕਰ ਐਨਡੀਏ ਨੂੰ ਦੇਖਿਆ ਜਾਵੇ ਤਾਂ ਉਹ ਇਲੈਕਸ਼ਨ ਦੇ ਲਈ ਪੂਰੀ ਵਧੀਆ ਪਲੈਨਿੰਗ ਕਰਕੇ ਬੈਠੇ ਆ। ਬੇਸ਼ੱਕ ਉਹਨਾਂ ਨੂੰ ਟ੍ਰੋਲ ਹੀ ਕੀਤਾ ਜਾ ਰਿਹਾ ਕਿ ਉਹਨਾਂ ਨੇ ਸਿਲੰਡਰ ਦੇ ਪ੍ਰਾਈਸ ਘਟਾਤੇ, ਬਟ ਕਿਤੇ ਨਾ ਕਿਤੇ ਉਹਨਾਂ ਦੀ ਇਲੈਕਸ਼ਨ ਪਲੈਨਿੰਗ ਤਾਂ ਚੱਲ ਰਹੀ ਹੈ। ਹੁਣ ਸਿਲੰਡਰ ਦੇ ਪ੍ਰਾਈਸ ਘਟਾਤੇ, ਇਸ ਤੋਂ ਬਾਅਦ ਪੈਟਰੋਲ ਪ੍ਰਾਈਸ ਘਟਾਉਣ ਦੀ ਵੀ ਪਲੈਨਿੰਗ ਹੋ ਰਹੀ ਹੈ, ਜੋ ਕਿ ਇੱਕ ਕਾਫੀ ਸਮਾਰਟ ਮੂਵ ਹੈ। ਹੁਣ ਮੈਥਮੈਟਿਕ ਰੂਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਾਈਨਸ ਮਾਈਨਸ ਪਲੱਸ ਹੁੰਦੇ ਆ। ਤੇ ਇੱਥੇ ਪਹਿਲਾ ਮਾਈਨਸ ਹੈ ਕਿ ਗੈਸ ਸਿਲੰਡਰ ਦੇ ਪ੍ਰਾਈਸ ਘਟਾਤੇ, ਦੂਸਰਾ ਮਾਈਨਸ ਹੈ ਕਿ ਪੈਟਰੋਲ ਦੇ ਪ੍ਰਾਈਸ ਘਟਾ ਸਕਦੇ ਆ। ਹੁਣ ਇੱਥੇ ਹੋਰ ਵੀ ਜਿੰਨੇ ਕੁ ਵੀ ਮਾਈਨਸ ਜੁੜਦੇ ਜਾਣਗੇ ਉਹਨਾਂ ਦਾ ਪਲੱਸ ਕੀ ਹੁੰਦਾ ਜਾਏਗਾ, ਵੋਟ ਬੈਂਕ। ਇੰਡੀਆ ਅਲਾਇੰਸ ਦੇ ਵਿੱਚ ਦੇਖਿਆ ਜਾਵੇ ਤਾਂ ਕੁਝ ਗਿਣੇ ਚੁਣੇ ਹੀ ਲੀਡਰ ਨੇ ਜਿਹੜੇ ਯੂਨੀਫਾਰਮ ਸਿਵਲ ਕੋਡ ਦਾ ਸਮਰਥਨ ਕਰਦੇ ਆ, ਬਾਕੀ ਸਾਰੇ ਦਾ ਸਾਰਾ ਇੰਡੀਆ ਅਲਾਇੰਸ ਯੂਸੀਸੀ ਦੇ ਖਿਲਾਫ ਹੀ ਹੈ। ਤੇ ਦੂਜੇ ਪਾਸੇ ਐਨਡੀਏ ਦੀ ਗੱਲ ਕੀਤੀ ਜਾਵੇ ਤਾਂ ਉਹ ਯੂਸੀਸੀ ਨੂੰ ਇੰਟਰੋਡਿਊਸ ਕਰਨ ਦਾ ਪਲਾਨ ਕਰ ਰਹੇ ਹੈ। ਹੁਣ ਯੂਨੀਫਾਰਮ ਸਿਵਲ ਕੋਡ ਕੀ ਹੈ, ਇਹ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ, ਲਾਗੂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਇਸ ਚੀਜ਼ ਬਾਰੇ ਅਸੀਂ ਇੱਕ ਡਿਟੇਲਡ ਵੀਡੀਓ ਬਣਾਈ ਹੈ ਜੋ ਤੁਹਾਨੂੰ ਉਸ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗੀ, ਜਾ ਕੇ ਚੈੱਕ ਜ਼ਰੂਰ ਕਰਿਓ। ਹੁਣ ਇੰਡੀਆ ਅਲਾਇੰਸ ਦੇ ਵਿੱਚ ਦੇਖਿਆ ਜਾਵੇ ਤਾਂ ਰਿਲੀਜਨ ਨੂੰ ਲੈ ਕੇ ਕੋਈ ਬਹੁਤੀ ਵੱਡੀ ਰਣਨੀਤੀ ਨਹੀਂ ਹੁੰਦੀ। ਮਤਲਬ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਆ ਵੀ ਉਹ ਸਾਰੇ ਰਿਲੀਜਨ ਦੀ ਹੀ ਰਿਸਪੈਕਟ ਕਰਦੇ ਆ, ਮੇ ਵੀ ਕਰਦੇ ਵੀ ਹੋਣਗੇ ਤੇ ਇੱਕ ਵਧੀਆ ਪੁਆਇੰਟ ਵੀ ਹੈ। ਬਟ ਕਿਤੇ ਨਾ ਕਿਤੇ ਬੀਜੇਪੀ ਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ ਹੈ ਕਿ ਉਹ ਨਾਨ ਹਿੰਦੂਜ਼ ਦੇ ਐਂਟੀ ਹੈ। ਤੇ ਇੱਥੇ ਐਨਡੀਏ ਵੱਲ ਦੇਖਿਆ ਜਾਵੇ ਤਾਂ ਬੀਜੇਪੀ ਦੇ ਕੁਝ ਲੀਡਰਸ ਹੈਗੇ ਆ ਜਿਹੜੇ ਕਿ ਮੁਸਲਿਮ ਤੇ ਕ੍ਰਿਸਚਨ ਦੇ ਪ੍ਰਤੀ ਕੁਝ ਇਦਾਂ ਦੀਆਂ ਸਟੇਟਮੈਂਟਸ ਦਿੰਦੇ ਰਹਿੰਦੇ ਆ ਜੋ ਕਿ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੀਆਂ ਨੇ, ਜੋ ਕਿਤੇ ਨਾ ਕਿਤੇ ਐਨਡੀਏ ਲਈ ਖਤਰਨਾਕ ਸਾਬਿਤ ਹੋ ਸਕਦਾ। ਹੁਣ ਪਿੱਛੇ ਜੇ ਮਨੀਪੁਰ ਦੇ ਵਿੱਚ ਐਡਾ ਵੱਡਾ ਕੇਸ ਹੋਇਆ, ਜੇਕਰ ਇੰਡੀਆ ਅਲਾਇੰਸ ਦੇ ਤੌਰ ਤੇ ਦੇਖਿਆ ਜਾਵੇ ਤਾਂ ਰਾਹੁਲ ਗਾਂਧੀ ਉੱਥੇ ਗਏ, ਮੈਤੀ ਤੇ ਕੁਕੀ ਦੋਨੋਂ ਕਾਸਟ ਦੇ ਲੋਕਾਂ ਨਾਲ ਮਿਲੇ ਤੇ ਸਿਚੁਏਸ਼ਨ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ। ਤੇ ਇਹ ਚੀਜ਼ ਜੇਕਰ ਐਨਡੀਏ ਦੇ ਤੌਰ ਤੇ ਦੇਖਿਆ ਜਾਵੇ ਤਾਂ ਬੀਜੇਪੀ ਸਰਕਾਰ ਨੇ ਤੇ ਕੋਈ ਠੋਸ ਐਕਸ਼ਨ ਨਹੀਂ ਲਿਆ। ਜਿੰਨੀ ਦੇਰ ਕੋਈ ਵੀਡੀਓ ਜਾਂ ਫਿਰ ਨਿਊਜ਼ ਵਾਇਰਲ ਨਹੀਂ ਹੋਈ ਉਨੀ ਦੇਰ ਤੱਕ ਤਾਂ ਪ੍ਰਧਾਨ ਮੰਤਰੀ ਨੇ ਵੀ ਕੋਈ ਐਕਸ਼ਨ ਨਹੀਂ ਲਿਆ। ਮਤਲਬ ਕਿ ਜੋ ਲੋਕ ਉਹ ਚਾਹੁੰਦੇ ਆ ਉਹਨਾਂ ਦੇ ਖਿਲਾਫ ਬਿੱਲ ਬਣਾਏ ਜਾ ਰਹੇ ਆ। ਤੇ ਇਹ ਚੀਜ਼ ਕਿਤੇ ਨਾ ਕਿਤੇ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਇੰਪੈਕਟ ਤਾਂ ਜ਼ਰੂਰ ਕਰ ਸਕਦੀ ਹੈ ਜਾਂ ਫਿਰ ਕਰ ਸਕਦੀ ਸੀ। ਮੈਂ ਇਸ ਲਈ ਕਹਿ ਰਿਹਾ ਕਿਉਂਕਿ ਸਾਡੇ ਲੋਕਾਂ ਨੂੰ ਨਾ ਆਦਤ ਜੀ ਹੋ ਚੁੱਕੀ ਹੈ ਕਿ ਥੱਪੜ ਖਾਓ ਤੇ ਭੁੱਲ ਜਾਓ। ਹੁਣ ਜੋ ਵੀ ਹਾਲਾਤ ਹੋਏ ਆ 2 ਮਹੀਨੇ ਰਹਿਣਗੇ, ਉਸ ਤੋਂ ਬਾਅਦ ਜੋ ਨਿਊਜ਼ ਦੇ ਵਿੱਚ ਦਿਖਾਇਆ ਜਾ ਰਿਹਾ ਉਹਨਾਂ ਚੀਜ਼ਾਂ ਨੂੰ ਦੇਖਦੇ ਦੇਖਦੇ ਭੁੱਲ ਜਾਣਗੇ। ਹੁਣ ਬਹੁਤ ਸਾਰੇ ਲੋਕ ਕਹਿਣਗੇ ਵੀ ਹਾਂਜੀ ਆਹ ਚੀਜ਼ ਦੱਸ ਕੇ ਨਾ ਇੱਕ ਪਾਰਟੀ ਦੇ ਖਿਲਾਫ ਜਾ ਰਿਹਾ ਹੈ ਜਾਂ ਫਿਰ ਮੈਨੂਪਲੇਟ ਕੀਤਾ ਜਾ ਰਿਹਾ ਹੈ। ਮੈਨੂਪਲੇਟ ਨਹੀਂ ਕਰ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਵੀ ਹਾਂਜੀ ਤੁਸੀਂ ਉਸ ਪਾਰਟੀ ਦੇ ਖਿਲਾਫ ਹੋ ਜਾਓ ਜਾਂ ਫਿਰ ਉਹਨੂੰ ਵੋਟ ਹੀ ਨਹੀਂ ਦੇਣਾ। ਬਟ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਨੂੰ ਸਟੇਬਲ ਰੱਖਣ ਲਈ ਪਾਰਟੀ ਨੂੰ ਮਜਬੂਰ ਤਾਂ ਕਰਨਾ ਚਾਹੀਦਾ ਨਾ, ਤਾਂ ਕਿ ਠੋਸ ਐਕਸ਼ਨ ਲਵੇ। ਇਸ ਲਈ ਤਾਂ ਪਾਰਟੀ ਨੂੰ ਮਜਬੂਰ ਕਰਨਾ ਚਾਹੀਦਾ ਨਾ, ਤੇ ਆਮ ਲੋਕ ਹੀ ਕਰ ਸਕਦੇ ਆ। ਤੇ ਇਦਾਂ ਦੇ ਹੋਰ ਬਹੁਤ ਸਾਰੇ ਪੁਆਇੰਟ ਨਿਕਲ ਕੇ ਆਉਣਗੇ ਇਹਨਾਂ ਦੋਨਾਂ ਪਾਰਟੀਆਂ ਦੇ, ਜੋ ਇਹਨਾਂ ਦੋਨਾਂ ਪਾਰਟੀਆਂ ਨੂੰ ਚੰਗਾ ਜਾਂ ਬੁਰਾ ਬਣਾਉਣਗੇ। ਬਟ ਜੇਕਰ ਦੇਖਿਆ ਜਾਵੇ ਤਾਂ ਇੰਡੀਆ ਅਲਾਇੰਸ ਲਈ ਇਸ ਇਲੈਕਸ਼ਨ ਦੇ ਵਿੱਚ ਜਿੱਤਣਾ ਇੰਨਾ ਸੌਖਾ ਨਹੀਂ ਹੈ, ਕਿਉਂਕਿ ਐਨਡੀਏ ਦੇ ਵਿੱਚ 10 ਪਾਰਟੀਆਂ ਵੱਧ ਨੇ ਤੇ ਟੱਕਰ ਬੜੀ ਖਤਰਨਾਕ ਹੋ ਸਕਦੀ ਹੈ। ਅੱਜ ਦੇ ਟਾਈਮ ਤੇ ਦੇਖਿਆ ਜਾਵੇ ਤਾਂ ਆਪਣੇ ਫਿਕਸ ਗੋਲ ਹੋਣ ਦੀ ਵਜ੍ਹਾ ਨਾਲ ਐਨਡੀਏ ਥੋੜਾ ਜਿਹਾ ਅੱਗੇ ਚੱਲ ਰਹੀ ਹੈ। ਇੰਡੀਆ ਅਲਾਇੰਸ ਦੀ ਗੱਲ ਕਰੀਏ ਤਾਂ ਉਹਨੇ ਘੱਟ ਟਾਈਮ ਦੇ ਵਿੱਚ ਅਜੇ ਬਹੁਤ ਕੁਝ ਕਰਨਾ ਹੈ, ਜੋ ਕਿ ਸ਼ਾਇਦ ਪੋਸੀਬਲ ਵੀ ਨਾ ਹੋਵੇ। ਤੇ ਚੰਦਰਯਾਨ 3 ਦੇ ਸਕਸੈਸਫੁਲ ਹੋਣ ਤੋਂ ਬਾਅਦ ਬੀਜੇਪੀ ਦੇ ਖਾਤੇ ਦੇ ਵਿੱਚ ਇੱਕ ਹੋਰ ਸਕਸੈਸ ਸਟੋਰੀ ਜੁੜ ਗਈ ਹੈ। ਸਿਰਫ ਆਪਣੇ ਦੇਸ਼ 'ਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਵਾਹ-ਵਾਹ ਮਿਲੀ ਹੈ। ਇਸਰੋ ਦੇ ਸਾਇੰਟਿਸਟ ਨੂੰ ਇੰਨਾ ਮਹੱਤਵ ਨਹੀਂ ਦਿੱਤਾ ਜਾ ਰਿਹਾ ਜਿੰਨਾ ਨਿਊਜ਼ ਚੈਨਲ ਤੇ ਮੋਦੀ ਦਿਖ ਰਹੇ ਹੈ, ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਇੱਕ ਲੀਡਰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾ ਰਿਹਾ ਤਾਂ ਇਹ ਤਾਂ ਇੱਕ ਵਧੀਆ ਗੱਲ ਹੈ। ਜਿਵੇਂ ਹਰ ਘਰ ਦੇ ਵਿੱਚ ਨਾ ਇੱਕ ਮੁਖੀ ਹੁੰਦਾ ਹੈ, ਇੱਕ ਬਜ਼ੁਰਗ ਹੁੰਦਾ ਹੈ ਜੋ ਸਾਰੇ ਘਰ ਦੇ ਡਿਸੀਜਨ ਲੈਂਦਾ ਹੈ। ਹਰ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਹੁੰਦਾ ਹੈ ਜਿਨ੍ਹਾਂ ਦੀ ਹਰ ਕੋਈ ਸੁਣਦਾ ਹੈ। ਉਸੇ ਤਰੀਕੇ ਨਾਲ ਬੀਜੇਪੀ ਤੇ ਐਨਡੀਏ ਦੇ ਵਿੱਚ ਪ੍ਰਧਾਨ ਮੰਤਰੀ ਦਾ ਚਿਹਰਾ ਕਨਫਰਮ ਹੈ। ਲੋਕਾਂ ਦਾ ਮੋਦੀ ਨਾਲ ਨਾ ਇੱਕ ਇਮੋਸ਼ਨਲ ਕਨੈਕਸ਼ਨ ਜਿਹਾ ਜੁੜ ਜਾਂਦਾ ਹੈ। ਜਿਸ ਹਿਸਾਬ ਨਾਲ ਪਿਛਲੇ 2 ਇਲੈਕਸ਼ਨ ਦੇ ਵਿੱਚ ਨਰਿੰਦਰ ਮੋਦੀ ਜਿੱਤੇ ਹੈ ਨਾ, ਇਹ ਕੋਈ ਆਮ ਗੱਲ ਨਹੀਂ ਹੈ। ਤੇ ਜੇਕਰ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਸਪੀਚਸ ਕੱਢ ਕੇ ਦੇਖੋਗੇ 2014 ਦੇ ਇਲੈਕਸ਼ਨਸ ਦੀਆਂ, ਤਾਂ ਜਿਸ ਹਿਸਾਬ ਨਾਲ ਉਹ ਸਪੀਚ ਦਿੰਦੇ ਸੀ, ਇਨਫਲੂਐਂਸ ਕਰਦੇ ਸੀ ਯੰਗਸਟਰਸ ਨੂੰ, ਅਡਲਟਸ ਨੂੰ ਜਾਂ ਫਿਰ ਜ਼ਿਆਦਾ ਏਜ ਵਾਲਿਆਂ ਨੂੰ। ਮਤਲਬ ਕਿ ਉਹਨਾਂ ਨੇ ਹਰ ਏਜ ਦੀ ਕੈਟਾਗਰੀ ਦੇ ਲੋਕਾਂ ਨੂੰ ਟਾਰਗੇਟ ਕੀਤਾ ਸੀ ਤੇ ਉਹਨਾਂ ਦੀ ਸਪੀਚ ਇੰਨੀ ਕੁ ਜ਼ਿਆਦਾ ਇਨਫਲੂਐਂਸ ਸੀ ਕਿ ਬੀਜੇਪੀ ਪਾर्टी बहुमत ਦੇ ਨਾਲ। कांकेर के भाइयों बहनों मुझे बताइए, ये हमारी चोरी किया हुआ पैसा वापस आना चाहिए कि नहीं आना चाहिए? ये काला धन वापस आना चाहिए? ये चोर लुटेरों से एक एक रुपया वापस लेना चाहिए? ये रुपया जनता के काम आना चाहिए? अरे एक बार ये जो चोर लुटेरों के पैसे विदेशी बैंकों में जमा है ना, उतने भी हम रुपये ले आए ना, तो भी हिंदुस्तान के एक एक गरीब आदमी को मुफ्त में
15-20 लाख रुपए यूं ही मिलते ਤੁਸੀਂ ਅੰਦਾਜ਼ਾ ਲਗਾ ਲਓ ਕਿ ਅੱਜ ਬੀਜੇਪੀ ਨੂੰ ਬੀਜੇਪੀ ਘੱਟ ਤੇ ਮੋਦੀ ਸਰਕਾਰ ਵੱਧ ਕਿਹਾ ਜਾ ਰਿਹਾ ਹੈ ਤੇ ਉਹਨਾਂ ਦਾ ਇਹ ਸਕਸੈਸਫੁਲ ਕੈਰੀਅਰ ਗ੍ਰਾਫ ਕਿਤੇ ਨਾ ਕਿਤੇ ਆਉਣ ਵਾਲੇ ਇਲੈਕਸ਼ਨ ਨੂੰ ਵੀ ਜ਼ਰੂਰ ਇਫੈਕਟ ਕਰੇਗਾ। ਸਿਚੁਏਸ਼ਨਸ ਨੂੰ ਦੇਖ ਕੇ ਤਾਂ ਇਹ ਲੱਗ ਰਿਹਾ ਕਿ ਐਨਡੀਏ ਦੇ 60% ਚਾਂਸਸ ਹੈ ਤੇ ਇੰਡੀਆ ਅਲਾਈਅੰਸ ਦੇ ਅਜੇ 40% ਚਾਂਸਸ ਹੈ ਇਸ ਇਲੈਕਸ਼ਨ ਨੂੰ ਜਿੱਤਣ ਦੇ। ਤੇ ਮੇਰੇ ਓਪੀਨੀਅਨ ਦੇ ਅਕੋਰਡਿੰਗ ਇਸ ਟਾਈਮ ਤੇ ਇੰਡੀਆ ਅਲਾਈਅੰਸ ਨੂੰ ਮੋਦੀ ਨੂੰ ਟਾਰਗੇਟ ਕਰਨਾ ਜਾਂ ਬੀਜੇਪੀ ਨੂੰ ਟਾਰਗੇਟ ਕਰਨਾ ਛੱਡ ਕੇ ਉਹ ਲੋਕਾਂ ਲਈ ਕੀ ਕਰਨਗੇ, ਆਪਣੇ ਫਿਊਚਰ ਪਲਾਨਸ ਦੇਸ਼ ਲਈ ਕੀ ਕਰਨਗੇ, ਡਿਵੈਲਪਮੈਂਟ ਲਈ ਕੀ ਕਰਨਗੇ, ਜੇ ਇਹਦੇ ਤੇ ਥੋੜਾ ਜਿਹਾ ਫੋਕਸ ਕਰਨ ਤਾਂ ਕਿਤੇ ਨਾ ਕਿਤੇ ਇਹ ਚਾਂਸਸ 50-50 ਵਾਲੀ ਰੇਸ 'ਚ ਆ ਸਕਦੇ ਆ, ਮਤਲਬ ਕਿ ਬਰਾਬਰ ਦੀ ਟੱਕਰ 'ਚ ਆ ਸਕਦੇ ਆ। ਤੇ ਇੱਕ ਗੱਲ ਹੋਰ ਹੈ, ਇਹ ਜਿਹੜੇ ਅਲਾਈਅੰਸ ਬਣਦੇ ਆ ਨਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੀਡਰਸ ਇਦਾਂ ਦੇ ਹੁੰਦੇ ਆ ਜਿਹੜੇ ਪਲੜਾ ਭਾਰੀ ਦੇਖ ਕੇ ਉਸ ਪਾਰਟੀ ਵੱਲ ਮੂੰਹ ਕਰ ਲੈਂਦੇ ਆ, ਜਾਂ ਫਿਰ ਹਾਲਾਤ ਇਦਾਂ ਦੇ ਵੀ ਚੱਲ ਰਹੇ ਆ ਕਿ ਜੇਕਰ ਕੋਈ ਕਰਪਟਡ ਪੋਲੀਟੀਸ਼ੀਅਨ ਹੈ ਜਾਂ ਤਾਂ ਉਹਦੇ ਘਰੇ ਰੇਡ ਵੱਜੇਗੀ ਜਾਂ ਫਿਰ ਉਹਨੂੰ ਆਪਦੀ ਪਾਰਟੀ ਚੇਂਜ ਕਰਨੀ ਪਏਗੀ। ਇਹ ਚੀਜ਼ਾਂ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਦੇਖ ਹੀ ਰਹੇ ਹਾਂ। ਇਸ ਵਾਰ ਇੰਡੀਆ ਅਲਾਈਅੰਸ ਲਈ ਇੱਕ ਇਹ ਵੀ ਚੁਣੌਤੀ ਹੈ ਕਿ ਉਹਨੇ ਸਾਰੀਆਂ ਪਾਰਟੀਆਂ ਨੂੰ ਤੇ ਸਾਰੇ ਪੋਲੀਟੀਸ਼ੀਅਨਸ ਨੂੰ ਜੋੜ ਕੇ ਵੀ ਰੱਖਣਾ ਹੈ। ਹੁਣ ਕੁਝ ਲੇਟੈਸਟ ਰਿਪੋਰਟ ਤੇ ਬਹੁਤ ਇੰਪੋਰਟੈਂਟ ਰਿਪੋਰਟਸ ਬਾਰੇ ਗੱਲ ਕਰ ਲੈਂਦੇ ਹਾਂ ਜੋ ਕਿ ਇੰਡੀਆ ਅਲਾਈਅੰਸ ਤੇ ਐਨਡੀਏ ਬਾਰੇ ਹੈ। ਹਾਲ ਹੀ ਦੇ ਵਿੱਚ ਕਾਂਗਰਸ ਦੇ ਲੀਡਰ ਸੰਜੇ ਨਿਰੂਪਮ ਤੇ ਸ਼ਿਵ ਸੈਨਾ ਦੇ ਸੰਜੇ ਰੌਤ ਨੇ ਆਪਣੀ ਮੁੰਬਈ ਦੇ ਵਿੱਚ ਹੋਈ 3rd ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਦਾ ਨਾਮ ਸੁਜੈਸਟ ਕੀਤਾ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਨੇ ਵੀ ਕਹਿਤਾ ਕਿ ਉਹ ਇਸ ਅਲਾਈਅੰਸ ਦੇ ਨਾਲ ਸਿਰਫ ਇਸ ਕਰਕੇ ਜੁੜਿਆ ਤਾਂ ਕਿ ਦੇਸ਼ 'ਚੋਂ ਇਨਫਲੇਸ਼ਨ, ਅਨਇੰਪਲੋਇਮੈਂਟ ਤੇ ਕਰਪਸ਼ਨ ਨੂੰ ਦੂਰ ਕੀਤਾ ਜਾ ਸਕੇ। ਅਦਰਵਾਈਜ਼ ਕੇਜਰੀਵਾਲ ਦਾ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ। ਹੁਣ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੀਜੇਪੀ ਦੇ ਸਪੋਕਸਪਰਸਨ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਇਹ ਇੰਡੀਆ ਅਲਾਈਅੰਸ ਨਾ ਇੱਕ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਹੈ। ਫਿਲਹਾਲ ਤਾਂ ਸਾਰੇ ਇਹੀ ਕਹਿ ਰਹੇ ਆ ਕਿ ਅਸੀਂ ਨਾਲ ਆ, ਬਟ ਜਿੱਦਾਂ ਇਲੈਕਸ਼ਨ ਪਾਸ ਹੋ ਜਾਣਗੇ ਅੰਦਰ ਹੀ ਸਾਰਿਆਂ ਨੇ ਲੜਨਾ ਸ਼ੁਰੂ ਕਰ ਦੇਣਾ। ਪਾਤਰਾ ਨੇ ਇਸ ਅਲਾਈਅੰਸ ਨੂੰ ਇੱਕ ਸੈਲਫਿਸ਼ ਅਲਾਈਅੰਸ ਮੰਨਦੇ ਹੋਏ ਕਿਹਾ ਹੈ ਕਿ ਇਸ ਅਲਾਈਅੰਸ ਦਾ ਇੱਕੋ ਇੱਕ ਮੋਟਿਵ ਹੈ ਕਿ ਕਰਪਸ਼ਨ ਦੇ ਵਿੱਚੋਂ ਮੈਕਸਿਮਮ ਪ੍ਰੋਫਿਟ ਕਮਾਉਣਾ। ਵੈਸੇ ਸੰਬਿਤ ਪਾਤਰਾ ਤੇ ਅਸੀਂ ਇੱਕ ਸ਼ਾਰਟ ਵੀਡੀਓ ਵੀ ਬਣਾਈ ਸੀ। ਇਦਾਂ ਦੇ ਪੋਲੀਟੀਸ਼ੀਅਨ ਦੀ ਸਟੇਟਮੈਂਟ ਦਾ ਕੋਈ ਬਹੁਤਾ ਵਜੂਦ ਨਹੀਂ ਹੁੰਦਾ, ਪਰ ਇੱਕ ਗੱਲ ਮੰਨਣ ਵਾਲੀ ਹੈ, ਜਿਸ ਹਿਸਾਬ ਨਾਲ ਇੰਡੀਆ ਅਲਾਈਅੰਸ ਨਾਲ ਜੁੜੀਆਂ ਪਾਰਟੀਆਂ ਦੇ ਲੀਡਰ ਸਟੇਟਮੈਂਟਸ ਦੇ ਰਹੇ ਆ ਨਾ, ਇੱਕ ਗੱਲ ਤਾਂ ਸਾਫ਼ ਹੈ ਕਿ ਬਹੁਤੀ ਦੇਰ ਇਕੱਠੇ ਤਾਂ ਨਹੀਂ ਰਹਿ ਸਕਦੇ। ਹੁਣ ਜੇਕਰ ਆਪਾਂ ਕਨਕਲੂਜਨ ਵੱਲ ਵਧੀਏ ਤਾਂ ਇੱਕ ਆਮ ਇਨਸਾਨ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਰਪਸ਼ਨ ਅੱਜ ਦੇ ਟਾਈਮ ਤੇ ਹਰ ਜਗ੍ਹਾ ਹੈ। ਕੋਈ ਵੀ ਇਦਾਂ ਦੀ ਪਾਰਟੀ ਨਹੀਂ ਹੈ ਜਿਹਦੇ ਵਿੱਚ ਕਰਪਸ਼ਨ ਨਹੀਂ ਹੈ। ਇੱਥੋਂ ਤੱਕ ਕਿ ਅਸੀਂ ਇਹ ਵੀ ਬਹੁਤ ਵਾਰ ਸੁਣਿਆ ਹੈ ਕਿ ਅੱਜ ਕੱਲ੍ਹ ਤਾਂ ਈਵੀਐਮ ਮਸ਼ੀਨਾਂ ਨਾਲ ਵੀ ਛੇੜਖਾਨੀ ਹੋ ਜਾਂਦੀ ਹੈ। ਪਿਛਲੇ ਸਾਲ ਬਹੁਤ ਸਾਰੇ ਆਪੋਜੀਸ਼ਨ ਲੀਡਰਸ ਨੇ ਇਹ ਗੱਲ ਕਹੀ ਸੀ ਕਿ ਈਵੀਐਮ ਮਸ਼ੀਨਾਂ ਨੂੰ ਹੈਕ ਕੀਤਾ ਗਿਆ, ਉਹਨਾਂ ਨਾਲ ਛੇੜਖਾਨੀ ਕੀਤੀ ਗਈ ਹੈ, ਜੋ ਕਿ ਹਰ ਇੱਕ ਹਾਰੀ ਹੋਈ ਪਾਰਟੀ ਦਾ ਲੀਡਰ ਕਹਿੰਦਾ ਹੈ, ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਬਲੇਮ ਕਰਨਾ ਹੀ ਹੈ। ਤੇ ਇਸ ਚੀਜ਼ ਨੂੰ ਯੂਜ਼ ਕਰਨ ਲਈ ਪੇਪਰ ਬੈਲਟ ਵੋਟ ਦਾ ਯੂਜ਼ ਕੀਤਾ ਜਾ ਸਕਦਾ, ਜੋ ਕਿ 1990 ਵਾਲੇ ਦਹਾਕੇ ਤੱਕ ਹੁੰਦਾ ਹੀ ਆਇਆ ਇੰਡੀਆ ਦੇ ਵਿੱਚ। ਬਟ ਇਹ ਸਿਰਫ ਮੇਰਾ ਇੱਕ ਓਪੀਨੀਅਨ ਹੀ ਹੈ। ਅਦਰਵਾਈਜ਼ ਅੱਜ ਦੇ ਟਾਈਮ ਤੇ ਨਿਊਟਰਲ ਤੇ ਬਾਇਸ ਫ੍ਰੀ ਹੋ ਕੇ ਸੋਚਿਆ ਜਾਵੇ ਤਾਂ ਇਹਨਾਂ ਪਾਰਟੀਆਂ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਈਵਨ ਕਿ ਇਹਨਾਂ ਚੋਂ ਇੱਕ ਪਾਰਟੀ ਚੁਣਨਾ ਬਹੁਤ ਹੀ ਔਖਾ ਕੰਮ ਹੋ ਚੁੱਕਿਆ, ਕਿਉਂਕਿ ਕਿਤੇ ਨਾ ਕਿਤੇ ਸਾਡੀ ਸੋਸਾਇਟੀ, ਸਾਡੇ ਘਰਾਂ ਦੇ ਹਾਲਾਤ ਹੀ ਇਦਾਂ ਦੇ ਹੋ ਚੁੱਕੇ ਆ। ਜਿਨ੍ਹਾਂ ਨੂੰ ਸਾਡੇ ਪੁਰਾਣੇ ਬਜ਼ੁਰਗ ਵੋਟਾਂ ਪਾਉਂਦੇ ਆ ਰਹੇ ਆ, ਸਾਨੂੰ ਵੀ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਵੀ ਉਹਨਾਂ ਨੂੰ ਵੀ ਵੋਟ ਪਾ ਦਿਓ। ਜਾਂ ਫਿਰ ਅੱਜ ਦੇ ਟਾਈਮ ਤੇ ਕੀ ਹੁੰਦਾ ਆ ਸੀ, ਜਿਹੜੀਆਂ ਫੀਮੇਲਸ ਨੇ ਉਹਨਾਂ ਨੂੰ ਘਰੋਂ ਤੋਂ ਲੈ ਜਾਂਦੇ ਸੀ ਵੀ ਹਾਂਜੀ ਵੋਟ ਪਵਾਉਣੀ ਹੈ, ਤਾਂ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਸੀ ਉਹਨਾਂ ਨੂੰ ਵੋਟ ਪਾਉਂਦੇ ਸੀ। ਨੌਜਵਾਨ ਵਰਗ ਦੀ ਗੱਲ ਕਰਾਂ ਤਾਂ ਉਹ ਜ਼ਿਆਦਾਤਰ ਵੋਟ ਪਾਉਣ ਦੇ ਵਿੱਚ ਇੰਟਰਸਟ ਹੀ ਨਹੀਂ ਸੀ ਲੈਂਦੇ, ਤੇ ਜੇਕਰ ਵੋਟ ਪਾਉਂਦੇ ਸੀ ਤਾਂ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਉਹ ਕਿਸੇ ਨਾ ਕਿਸੇ ਨੂੰ ਵੋਟ ਪਾਉਂਦੇ ਸੀ ਵੀ ਹੋ ਸਕਦਾ ਦੇਸ਼ ਦਾ ਭਲਾ ਹੋ ਜਾਏ। ਪਰ ਇੰਟਰਨੈਟ ਤੇ ਸੋਸ਼ਲ ਮੀਡੀਆ ਦੇ ਆਉਣ ਨਾਲ ਨਾ ਇੱਕ ਚੀਜ਼ ਦਾ ਫਾਇਦਾ ਹੋਇਆ ਕਿ ਸਾਡਾ ਜਿਹੜਾ ਨੌਜਵਾਨ ਵਰਗ ਹੈ ਉਹ ਕਿਤੇ ਨਾ ਕਿਤੇ ਇਲੈਕਸ਼ਨ ਤੇ ਪ੍ਰੋਟੈਸਟ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੱਗ ਗਿਆ। ਹੁਣ ਇਸ ਚੀਜ਼ ਦਾ ਫਾਇਦਾ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਣ ਲੱਗ ਗਈ। ਲੋਕ ਅੱਜ ਦੇ ਟਾਈਮ ਤੇ ਨਾ ਵੋਟ ਪਾਉਣ ਵਾਲੇ ਅਧਿਕਾਰ ਨੂੰ ਫਜ਼ੂਲ ਨਹੀਂ ਮੰਨਦੇ। ਉਹਨਾਂ ਨੂੰ ਪਤਾ ਹੈ ਵੀ ਸਾਡੇ ਉਹ ਛੋਟੇ ਜਿਹੇ ਅਧਿਕਾਰ ਨੇ ਅਗਲੇ 5 ਸਾਲ ਤੈਅ ਕਰਨੇ ਆ। ਹੁਣ ਇੱਥੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਆਪੋਜੀਸ਼ਨ, ਸਟਰੋਂਗ ਆਪੋਜੀਸ਼ਨ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਅੱਜ ਦੇ ਸਮੇਂ ਦੀ ਸਰਕਾਰ ਨੂੰ ਸਵਾਲ ਕਰ ਸਕੇ। ਤੇ ਜਿਹੜੇ ਸਮੇਂ ਦੀ ਸਰਕਾਰ ਦੇ ਲੀਡਰ ਜਾਂ ਫਿਰ ਕੰਮ ਕਰਨ ਵਾਲੇ ਨੇ ਉਹ ਕਿਤੇ ਨਾ ਕਿਤੇ ਕਰਪਸ਼ਨ ਕਰਨ ਤੋਂ ਥੋੜਾ ਡਰਨ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੀ ਕਰਪਸ਼ਨ ਸਾਡੀ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਹੈ। ਉਹ ਕਹਿੰਦੇ ਆ ਨਾ, ਡੈਮੋਕ੍ਰੇਸੀ ਕੈਨ ਓਨਲੀ ਬੀ ਮੈਜਰਡ ਔਨ ਦਾ ਐਗਜ਼ਿਸਟੈਂਸ ਆਫ ਅ ਸਟਰੋਂਗ ਆਪੋਜੀਸ਼ਨ। ਬਾਕੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ, ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਸ਼ੁਕਰੀਆ।